अखबार हाजिर है। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਅਖਬਾਰ ਹਾਜ਼ਰ 'ਚ ਤੁਹਾਡਾ ਸਵਾਗਤ ਹੈ। ਮੈਂ ਮਦਨਦੀਪ। ਪਹਿਲਾਂ ਅੱਜ ਦੀਆਂ ਖਾਸ ਖਬਰਾਂ 'ਤੇ ਧਿਆਨ ਮਾਰਦੇ ਹਾਂ। ਜਿਵੇਂ ਕਿ ਪਹਿਲਾਂ ਮੈਂ ਦੱਸ ਦਿਆਂ, ਰੋਜ਼ਾਨਾ ਸਾਡਾ ਜਿਹੜਾ ਪ੍ਰੋਗਰਾਮ ਹੈ ਇਹ ਵੱਖ-ਵੱਖ ਅਖਬਾਰਾਂ ਦੀਆਂ ਸੁਰਖੀਆਂ ਦੇ ਆਧਾਰ 'ਤੇ ਜਿਹੜੀਆਂ ਟਰਾਈ ਸਿਟੀ ਦੇ ਨਾਲ ਸੰਬੰਧਿਤ ਨੇ ਔਰ ਜਿਹੜੀਆਂ ਖਾਸ ਖਬਰਾਂ ਹੈ ਅਸੀਂ ਉਹਨਾਂ 'ਤੇ ਅਸੀਂ ਚਰਚਾ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜੀ ਖਬਰ ਹੈ, ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਕਿਉਂ ਖਫਾ ਨੇ ਹਰਸ਼ਵਰਧਨ ਦੇ ਦੌਰੇ ਤੋਂ, ਔਰ ਉਹਨਾਂ ਨੇ ਕਿਉਂ ਦਿੱਤੀ ਹੈ ਤਿੱਖੀ ਪ੍ਰਤੀਕਿਰਿਆ। ਇਹਦੇ 'ਤੇ ਅਸੀਂ ਚਰਚਾ ਕਰਾਂਗੇ। ਔਰ ਕਰੋਨਾ ਖਿਲਾਫ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਦੀ ਪੁਲਿਸ ਹੋਈ ਸਖਤ, ਇਹਦੇ 'ਤੇ ਅਸੀਂ ਚਰਚਾ ਕਰਾਂਗੇ ਇਸ ਖਬਰ 'ਤੇ ਵੀ। ਔਰ ਚੰਡੀਗੜ੍ਹ 'ਚ ਬਿਜਲੀ ਕਰਮਚਾਰੀਆਂ ਨੇ ਨਿੱਜੀਕਰਨ ਦੇ ਖਿਲਾਫ ਕੀਤਾ ਜ਼ਬਰਦਸਤ ਰੋਸ ਪ੍ਰਦਰਸ਼ਨ। ਇਸ ਤੋਂ ਇਲਾਵਾ ਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ ਦੇ ਖਿਲਾਫ ਮਾਪੇ ਸੜਕਾਂ 'ਤੇ ਆਏ ਔਰ ਚੰਡੀਗੜ੍ਹ ਦੇ ਆਸ-ਪਾਸ ਜ਼ਮੀਨ ਦੇ ਉੱਤੇ ਅੰਨ੍ਹੇਵਾਹ ਹੋ ਰਹੀ ਹੈ ਉਸਾਰੀ, ਕਲੋਨੀਆਂ ਦੀ ਉਸਾਰੀ ਹੋ ਰਹੀ ਹੈ। ਇਹਦੇ 'ਤੇ ਵੀ ਅਸੀਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਦੇ ਚੰਡੀਗੜ੍ਹ ਦੌਰੇ ਤੋਂ ਕਾਂਗਰਸ ਗੁੱਸੇ ਵਿੱਚ ਕਿਉਂ ਹੈ। ਦਰਅਸਲ ਦੱਸਦੀ ਹੈ ਕਿ ਚੰਡੀਗੜ੍ਹ ਸਿਹਤ ਮੰਤਰੀ, ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਦੌਰਾ ਕੀਤਾ ਸੀ ਔਰ ਇਸ ਮੌਕੇ ਉਹ ਮੀਡੀਆ ਨੂੰ ਮੁਖਾਤਿਬ ਹੋਏ ਸੀ, ਜਿਹਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਕਰੋਨਾ ਵੈਕਸੀਨ ਲਾਉਣ ਨਾਲ ਕਿਸੇ ਦੀ ਮੌਤ ਨਹੀਂ ਹੋਈ ਔਰ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਉਹਨਾਂ ਨੇ ਕਰੋਨਾ ਦੇ ਦੂਜੇ ਦੌਰ ਬਾਰੇ ਵੀ ਗੱਲਬਾਤ ਕੀਤੀ ਔਰ ਜਾਣਕਾਰੀ ਦਿੱਤੀ। ਪਰ ਇਸ ਮੌਕੇ ਕਾਂਗਰਸ ਦੇ ਕਾਰਜਕਰਤਾ, ਜਿਹੜੇ ਕਾਰਕੁਨ ਨੇ, ਜਿਹਦੇ ਵਿੱਚ ਜ਼ਿਆਦਾਤਰ ਮਹਿਲਾਵਾਂ ਸੀ, ਔਰਤਾਂ ਨੇ, ਖਾਸ ਕਰਕੇ ਡੱਡੂ ਮਾਜਰਾ ਹਲਕੇ ਦੀਆਂ ਔਰਤਾਂ, ਉਹ ਹਰਸ਼ਵਰਧਨ ਜੀ ਨੂੰ ਮਿਲਣਾ ਚਾਹੁੰਦੀਆਂ ਸੀ। ਉਹ ਇਹ ਦੱਸਣਾ ਚਾਹੁੰਦੀਆਂ ਸੀ ਕਿ ਇੱਕ ਪਾਸੇ ਤੁਸੀਂ ਵਾਇਰਸ ਦੀ ਗੱਲ ਕਰ ਰਹੇ ਹੋ, ਕਰੋਨਾ ਦੀ ਗੱਲ ਕਰ ਰਹੇ ਹੋ, ਤੁਸੀਂ ਕੇਂਦਰੀ ਸਿਹਤ ਮੰਤਰੀ ਹੋ, ਚੰਡੀਗੜ੍ਹ ਦਾ ਪ੍ਰਸ਼ਾਸਨ ਕੇਂਦਰ ਦੀ ਸੱਤਾ ਵਿੱਚ ਹੈ ਔਰ ਡੱਡੂ ਮਾਜਰਾ ਦਾ ਜਿਹੜਾ ਡੰਪਿੰਗ ਗਰਾਊਂਡ ਆ, ਉੱਥੋਂ ਬਹੁਤ ਸਾਰੀਆਂ ਬਿਮਾਰੀਆਂ ਫੈਲ ਰਹੀਆਂ। ਵਾਰ-ਵਾਰ ਪ੍ਰਸ਼ਾਸਨ ਦੇ ਧਿਆਨ 'ਚ ਦੇਣ ਦੇ ਬਾਵਜੂਦ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ। ਇੱਥੋਂ ਤੱਕ ਉਹਨਾਂ ਦਾ ਦੋਸ਼ ਸੀ ਕਿ ਡੱਡੂ ਮਾਜਰਾ ਦੇ ਇਸ ਡੰਪਿੰਗ ਗਰਾਊਂਡ ਤੋਂ ਲੋਕਾਂ ਨੂੰ ਜਿਹੜੀਆਂ ਬਿਮਾਰੀਆਂ ਫੈਲ ਰਹੀਆਂ ਉਹਨਾਂ 'ਚ ਕੈਂਸਰ ਵੀ ਸ਼ਾਮਲ ਹੈ। ਕੈਂਸਰ ਹੋ ਰਹੀ ਹੈ, ਦਮਾ ਹੋ ਰਿਹਾ ਹੈ ਅਤੇ ਪੇਟ ਦੀਆਂ ਹੋਰ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਦਾ ਲੋਕ ਸ਼ਿਕਾਰ ਹੋ ਰਹੇ ਹੈ। ਔਰ ਉਹ ਹਰਸ਼ਵਰਧਨ ਜੀ ਨੂੰ ਮਿਲ ਕੇ ਇਸ ਦੇ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹੈ ਔਰ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੀਆਂ ਕਿ ਤੁਸੀਂ ਇਸ ਇਲਾਕੇ ਦਾ ਜਿਹੜਾ ਇਹ ਡੰਪਿੰਗ ਗਰਾਊਂਡ ਹੈ ਇਹਦਾ ਕੁਝ ਕਰੋ, ਲੋਕਾਂ ਨੂੰ ਬਚਾਓ। ਲੇਕਿਨ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਹਰਸ਼ਵਰਧਨ ਦੇ ਨੇੜੇ ਨਹੀਂ ਆਉਣ ਦਿੱਤਾ। ਔਰ ਸੁਭਾਸ਼ ਚਾਵਲਾ ਨੇ ਦਾਅਵਾ ਕੀਤਾ ਕਿ ਔਰਤਾਂ ਨਾਲ ਚੰਡੀਗੜ੍ਹ ਪੁਲਿਸ ਨੇ ਬਹੁਤ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਪਹਿਲਾਂ ਉਹਨਾਂ ਨੂੰ ਬੱਸ ਵਿੱਚ ਤਾੜ ਦਿੱਤਾ ਗਿਆ, ਬੱਸਾਂ ਦੇ ਸ਼ੀਸ਼ੇ ਵੀ ਕਵਰ ਕਰ ਲਏ ਗਏ ਔਰ ਉਸ ਤੋਂ ਬਾਅਦ ਔਰਤਾਂ ਨੂੰ ਥਾਣੇ ਲਿਜਾਇਆ ਗਿਆ। ਥਾਣੇ ਜਾ ਕੇ ਉਹਨਾਂ ਦੇ ਖਿਲਾਫ ਕੇਸ ਦਰਜ ਕੀਤੇ ਗਏ। ਕਸੂਰ ਕੀ ਹੈ ਔਰਤਾਂ ਦਾ? ਕਸੂਰ ਇੰਨਾ ਹੈ ਕਿ ਉਹ ਕਾਂਗਰਸ ਪਾਰਟੀ ਦੀਆਂ ਮੈਂਬਰ ਹੈ, ਪਰ ਜਿਹੜੀ ਸਮੱਸਿਆ ਹੈ ਉਹ ਜੈਨੂਨ ਹੈ। ਸਮੱਸਿਆ ਜਿਹੜੀ ਉਹ ਲੈ ਕੇ ਗਈਆਂ ਹਰਸ਼ਵਰਧਨ ਦੇ ਸਾਹਮਣੇ, ਕਿਉਂਕਿ ਕੇਂਦਰੀ ਸਿਹਤ ਮੰਤਰੀ ਨੇ, ਔਰ ਚੰਡੀਗੜ੍ਹ ਦੇ ਵਿੱਚ ਵੀ ਜਿਹੜੀਆਂ ਸਿਹਤ ਸੇਵਾਵਾਂ ਜਾਂ ਸਫਾਈ ਦੇ ਜਿਹੜੇ ਮਾਮਲੇ ਹੈਗੇ ਆ, ਉਹਦੀ ਜ਼ਿੰਮੇਵਾਰੀ ਬਣਦੀ ਹੈ ਕੇਂਦਰ ਸਰਕਾਰ ਦੀ ਔਰ ਖ਼ਾਸ ਕਰਕੇ ਸਿਹਤ ਮੰਤਰੀ ਦੀ। ਔਰ ਸਿਹਤ ਮੰਤਰੀ ਜੇ ਉਹਨਾਂ ਦੀ ਗੱਲ ਸੁਣ ਲੈਂਦੇ ਤਾਂ ਇਹਦੇ ਵਿੱਚ ਹਰਜ਼ ਕੀ ਸੀ? ਇਹ ਵਾਜਬ ਸਵਾਲ ਹੈ, ਸਵਾਲ ਬਣਦਾ ਵੀ ਹੈ, ਕਿਉਂਕਿ ਜਿਹੜਾ ਡੰਪਿੰਗ ਗਰਾਊਂਡ ਹੈ ਜਿੱਥੇ ਕਿ ਚੰਡੀਗੜ੍ਹ ਦਾ ਸਾਰਾ ਕੂੜਾ ਸਿੱਟਿਆ ਜਾਂਦਾ ਹੈ, ਜਦੋਂ ਤੁਸੀਂ ਦਿੱਲੀ ਜਾਂਦੇ ਹੋ ਤਾਂ ਦਿੱਲੀ ਦੀ ਸਰਹੱਦ ਦੇ ਉੱਤੇ ਖੱਬੇ ਪਾਸੇ, ਜਦੋਂ ਅਸੀਂ ਚੰਡੀਗੜ੍ਹ ਤੋਂ ਦਿੱਲੀ ਜਾਂਦੇ ਹਾਂ ਜਾਂ ਜਿੰਨੇ ਵੀ ਪੰਜਾਬ ਤੋਂ ਦਿੱਲੀ ਜਾਂਦੇ ਹੈ, ਜਦੋਂ ਦਿੱਲੀ ਜਾ ਕੇ ਪਹੁੰਚਦੇ ਹੈ ਤਾਂ ਉਹਨਾਂ ਦਾ ਸਵਾਗਤ ਇੱਕ ਬਹੁਤ ਵੱਡਾ ਕੂੜੇ ਦਾ ਢੇਰ ਕਰਦਾ ਹੈ, ਪਹਾੜ ਹੈ ਕੂੜੇ ਦਾ ਉਹ। ਇਸੇ ਤਰ੍ਹਾਂ ਚੰਡੀਗੜ੍ਹ ਡੱਡੂ ਮਾਜਰਾ ਦੇ ਨੇੜੇ ਇੱਕ ਪਹਾੜ ਹੈ ਕੂੜੇ ਦਾ
ਔਰ ਕਈ ਕਿਲੋਮੀਟਰ ਤੱਕ ਇਸ ਕੂੜੇ ਦੀ ਜਿਹੜੀ ਬਦਬੂ ਹੈ ਉਹ ਲੋਕਾਂ ਨੂੰ ਸ਼ੁੱਧ ਹਵਾ ਅੰਦਰ ਨਹੀਂ ਜਾਣ ਦਿੰਦੀ। ਔਰ ਜਿਹੜੇ ਉਹਦੇ ਨੇੜੇ ਜਿਹੜੇ ਲੋਕ ਰਹਿ ਰਹੇ ਆ, ਜਿਹੜੀਆਂ ਨੇੜੇ ਦੀ ਜਿਹੜੇ ਸੈਕਟਰ ਹੈਗੇ ਆ, ਨੇੜੇ ਦੀਆਂ ਕਲੋਨੀਆਂ ਜਿਹੜੀਆਂ ਹੈਗੀਆਂ, ਉਹਨਾਂ ਦੀ ਹਾਲਤ ਇੰਨੀ ਮਾੜੀ ਹੈ, ਆਮ ਬੰਦਾ, ਸਾਡੇ ਵਰਗਾ ਬੰਦਾ ਜਾ ਕੇ ਤਾਂ ਉੱਥੇ ਕੁਝ ਘੰਟੇ ਰੁਕਣਾ ਬਹੁਤ ਔਖਾ ਹੈ। ਔਰ ਉਹ ਰਹਿ ਰਹੇ ਆ ਉਸ ਥਾਂ 'ਤੇ, ਔਰ ਉਹ ਆਪਣੀ ਸਮੱਸਿਆ ਲੈ ਕੇ ਗਏ ਆ। ਉਹ ਸਿਰਫ ਕੂੜੇ ਦਾ ਢੇਰ ਨਹੀਂ ਹੈ, ਕੂੜੇ ਦੇ ਪਹਾੜ ਦੇ ਨਾਲ ਇੱਕ ਗੰਦਾ ਨਾਲਾ ਵੀ ਹੈ, ਉਹਦੀ ਵੀ ਸਮੈਲ ਹੈਗੀ ਹੈ। ਔਰ ਉਸ ਇਲਾਕੇ ਦੇ ਵਿੱਚ ਉੱਥੇ ਜਿਹੜੇ ਮਤਲਬ ਪੰਛੀ ਉੱਡਦੇ ਆ ਕੂੜੇ ਦੇ ਵਿੱਚੋਂ, ਜਿਹੜੇ ਪਸ਼ੂ ਫਿਰਦੇ ਆ, ਉਹ ਨਜ਼ਾਰਾ ਬਹੁਤ ਔਖਾ ਹੈ ਦੇਖਣਾ। ਔਰ ਉਹ ਨਜ਼ਾਰਾ ਦੇਖ ਕੇ, ਜਿਵੇਂ ਦਿੱਲੀ ਦਾ ਇਹ ਨਜ਼ਾਰਾ ਅਸੀਂ ਦੇਖਦੇ ਹਾਂ ਕੂੜੇ ਦੇ ਪਹਾੜ ਦਾ, ਸਾਨੂੰ ਇਹ ਵੀ ਆਪਣੇ ਆਪ 'ਤੇ ਤਰਸ ਆਉਂਦਾ ਹੈ ਕਿ ਅਸੀਂ ਕਿਸ ਤਰ੍ਹਾਂ ਦਾ ਵਿਕਾਸ ਕਰ ਰਹੇ ਹਾਂ। ਸਾਡੇ ਆਪਣੇ ਜਿਹੜੇ ਪੈਦਾ ਕੀਤੇ ਕੂੜੇ ਤੋਂ ਲੋਕ ਆਪ ਹੀ ਅਸੀਂ ਕਿਵੇਂ ਤੰਗ ਹੁੰਦੇ ਹਾਂ। ਪਰ ਕਿਉਂਕਿ ਸਰਕਾਰਾਂ ਦਾ ਕੰਮ ਹੈ, ਪ੍ਰਸ਼ਾਸਨ ਦਾ ਕੰਮ ਹੈ ਕਿ ਉਹਨਾਂ ਨੇ ਇਸ ਸਮੱਸਿਆ ਦਾ ਹੱਲ ਕਰਨਾ ਹੁੰਦਾ ਹੈ। ਹਾਲਾਂਕਿ ਪ੍ਰਸ਼ਾਸਨ ਇਹ ਦਾਅਵਾ ਕਰਦੀ ਹੈ ਕਿ ਅਸੀਂ ਉਹਦਾ ਕੂੜੇ ਦਾ ਜਿਹੜਾ ਹੈਗਾ ਅਸੀਂ ਪ੍ਰੋਸੈਸਿੰਗ 'ਚ ਉਹਨੂੰ ਕਰ ਰਹੇ ਹਾਂ, ਪ੍ਰੋਸੈਸ ਕਰ ਰਹੇ ਹਾਂ ਉਹਦਾ, ਪਰ ਉਹ ਬਹੁਤ ਵੱਡਾ ਮਸਲਾ ਆ। ਔਰ ਚੰਡੀਗੜ੍ਹ ਦਾ ਜਿਹੜਾ ਪ੍ਰਬੰਧ ਹੈ ਪ੍ਰਸ਼ਾਸਨ ਦਾ, ਉਹ ਬਹੁਤ ਛੋਟਾ ਹੈ, ਉਸ ਦੇ ਮੁਕਾਬਲੇ ਨਾ ਮਾਤਰ ਹੈ। ਔਰ ਸੁਭਾਸ਼ ਚਾਵਲਾ ਨੇ ਬਕਾਇਦਾ ਮੀਡੀਆ ਦੇ ਸਾਹਮਣੇ ਆ ਕੇ ਗੱਲ ਕਹੀ ਹੈ ਕਿ ਇਸ ਤਰ੍ਹਾਂ ਜ਼ੁਲਮ ਕਰਨਾ ਔਰਤਾਂ ਦੇ ਉੱਤੇ, ਜਿਹੜੀਆਂ ਕਿ ਆਪਣੀ ਇੱਕ ਜਾਇਜ਼ ਸਮੱਸਿਆ ਲੈ ਕੇ ਗਈਆਂ ਸੀ। ਵੈਸੇ ਤਾਂ ਉਹ ਸਮੱਸਿਆ ਲੈ ਕੇ ਸਾਰੇ ਲੋਕਾਂ ਨੂੰ ਜਾਣਾ ਚਾਹੀਦਾ ਆ, ਪਰ ਭਾਰਤੀ ਜਨਤਾ ਪਾਰਟੀ ਜਵਾਬਦੇਹ ਹੈ। ਭਾਰਤੀ ਜਨਤਾ ਪਾਰਟੀ ਦੀ ਕੇਂਦਰ 'ਚ ਸਰਕਾਰ ਹੈ, ਔਰ ਸੁਭਾਸ਼ ਚਾਵਲਾ ਨੇ ਭਾਰਤੀ ਜਨਤਾ ਪਾਰਟੀ ਤੋਂ ਇਹਦਾ ਜਵਾਬ ਵੀ ਮੰਗਿਆ ਹੈ, ਔਰ ਭਾਰਤੀ ਜਨਤਾ ਪਾਰਟੀ ਨੂੰ ਉਹਦਾ ਜਵਾਬ ਦੇਣਾ ਬਣਦਾ ਸੀ। ਲੇਕਿਨ ਭਾਰਤੀ ਜਨਤਾ ਪਾਰਟੀ ਨੇ ਜਵਾਬ ਕੀ ਦੇਣਾ ਸੀ, ਉਸ ਦਾ ਜਵਾਬ ਸੁਭਾਸ਼ ਚਾਵਲਾ ਦੇ ਕਹਿਣ ਮੁਤਾਬਕ ਪੁਲਿਸ ਨੇ ਦਿੱਤਾ ਹੈ। ਪੁਲਿਸ ਨੇ ਔਰਤਾਂ ਨਾਲ ਕੁੱਟਮਾਰ ਕੀਤੀ, ਉਹਨਾਂ ਨੂੰ ਘੜੀਸ ਕੇ ਬੱਸ ਦੇ ਵਿੱਚ ਸੁੱਟਿਆ, ਔਰ ਬੱਸ ਦੇ ਸ਼ੀਸ਼ੇ ਬੰਦ ਕਰਤੇ, ਬੱਸ ਦੇ ਵਿੱਚ ਤਾੜੀ ਰੱਖਿਆ ਜਦ ਤੱਕ ਕੇਂਦਰੀ ਸਿਹਤ ਮੰਤਰੀ ਇੱਥੋਂ ਗਏ ਨਹੀਂ। ਉਹਨਾਂ ਨੂੰ ਬੱਸ ਦੇ ਵਿੱਚ ਬੰਦ ਰੱਖਿਆ। ਔਰ ਸੁਭਾਸ਼ ਚਾਵਲਾ ਨੇ ਇਹ ਜਿਹੜੇ ਦੋਸ਼ ਲਾਏ ਆ, ਇਹ ਗਲਤ ਵੀ ਨਹੀਂ ਹੈਗੇ। ਔਰ ਉਸ ਤੋਂ ਬਾਅਦ ਫਿਰ ਉਹਨਾਂ ਦੇ ਉੱਪਰ ਕੇਸ ਕਰਨੇ, ਇਹ ਕੋਈ ਜ਼ੁਲਮ ਤਾਂ ਨਹੀਂ ਹੈ, ਕੋਈ ਜੁਰਮ ਤਾਂ ਨਹੀਂ ਹੈ, ਸੌਰੀ, ਉਹਨਾਂ ਨੇ ਕੋਈ ਗੁਨਾਹ ਤਾਂ ਨਹੀਂ ਕੀਤਾ, ਕਿਉਂਕਿ ਜਾਇਜ਼ ਸਮੱਸਿਆ ਲੈ ਕੇ ਗਈਆਂ ਸੀ। ਕਿਸੇ ਵੀ ਪਾਰਟੀ ਦਾ ਹੁਣ ਡੈਮੋਕ੍ਰੇਟਿਕ ਸੈਟਅਪ ਆ। ਜਦੋਂ ਤੁਸੀਂ ਸਰਕਾਰ ਵਿੱਚ ਆ ਜਾਂਦੇ ਹੋ, ਤੁਹਾਨੂੰ ਸਾਰਿਆਂ ਦੀ ਗੱਲ ਸੁਣਨੀ ਪਏਗੀ, ਭਾਵੇਂ ਉਹ ਕਾਂਗਰਸ ਹੋਵੇ, ਭਾਵੇਂ ਉਹ ਕੋਈ ਹੋਰ ਪਾਰਟੀ ਹੋਵੇ, ਚਾਹੇ ਉਹ ਸਧਾਰਨ ਲੋਕ ਹੋਣ ਜਿਨ੍ਹਾਂ ਦਾ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਾ ਹੋਵੇ। ਫਰਜ਼ ਬਣਦਾ ਸੀ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਦਾ ਕਿ ਉਹਨਾਂ ਦੀ ਗੱਲ ਸੁਣਦੇ। ਔਰ ਪੁਲਿਸ ਕਿਹੜੀ ਭੂਮਿਕਾ 'ਚ ਆ ਰਹੀ ਹੈ? ਪੁਲਿਸ ਤੋਂ ਹੈਰਾਨੀ ਹੋ ਰਹੀ ਹੈ ਇਸ ਰਵੱਈਏ ਤੋਂ ਪੁਲਿਸ ਦੇ। ਪੁਲਿਸ ਘੱਟੋ ਘੱਟ ਉਹਨਾਂ ਨੂੰ ਰੋਕ ਸਕਦੀ ਸੀ, ਉਹਨਾਂ ਨੂੰ ਕਹਿੰਦੀ ਠੀਕ ਹੈ, ਜਾ ਕੇ ਜਾਣਕਾਰੀ ਦਿੰਦੇ ਕਿ ਕੁਛ ਔਰਤਾਂ ਤੁਹਾਨੂੰ ਮਿਲਣਾ ਚਾਹੁੰਦੀ ਹੈ, ਤਾਂ ਉਹਦੇ 'ਚ ਹਰਜ਼ ਕੀ ਸੀ? ਉਹਨਾਂ ਨੇ ਹਰਸ਼ਵਰਧਨ ਦਾ ਕੀ ਵਿਗਾੜ ਲੈਣਾ ਸੀ? ਪਰ ਇਹ ਬਹੁਤ ਅਫਸੋਸਨਾਕ ਗੱਲ ਹੈ ਕਿ ਜਿਸ ਤਰ੍ਹਾਂ ਸਰਕਾਰਾਂ ਜਦੋਂ ਸੱਤਾ ਵਿੱਚ ਆ ਜਾਂਦੀਆਂ, ਉਹਨਾਂ ਦੇ ਮੰਤਰੀ ਔਰ ਉਹਨਾਂ ਦੇ ਜਿਹੜੇ ਜਿੰਨਾ ਪ੍ਰਬੰਧ ਹੈ ਉਹ ਡੰਡੇ ਦੇ ਜ਼ੋਰ 'ਤੇ ਆ ਜਾਂਦੇ ਹੈ। ਜੇ ਸਮੱਸਿਆ ਲੈ ਕੇ ਜਾਓ, ਉਸ ਸਮੱਸਿਆ ਦੇ ਹੱਲ ਦੇ ਬਦਲੇ ਤੁਹਾਡੇ ਲਈ ਇੱਕ ਨਵੀਂ ਸਮੱਸਿਆ ਇਹ ਆਵੇਗੀ ਕਿ ਤੁਹਾਡੇ 'ਤੇ ਜ਼ਬਰ ਜ਼ੁਲਮ ਵੀ ਕੀਤਾ ਜਾ ਸਕਦਾ ਹੈ। ਔਰ ਇਹ ਨਜ਼ਾਰਾ ਚੰਡੀਗੜ੍ਹ ਦੇ ਲੋਕਾਂ ਨੇ ਹਰਸ਼ਵਰਧਨ ਦੀ ਹਾਜ਼ਰੀ ਵਿੱਚ ਦੇਖਿਆ। ਔਰ ਇਸ ਤੋਂ ਬਾਅਦ ਸੁਭਾਸ਼ ਚਾਵਲਾ ਚੰਡੀਗੜ੍ਹ ਦੇ ਕਾਂਗਰਸ ਦੇ ਪ੍ਰਧਾਨ, ਉਹਨਾਂ ਨੇ ਇਹ ਮਾਮਲਾ ਜਿਹੜਾ ਹੈਗਾ ਇਹ ਮੀਡੀਆ ਦੇ ਸਾਹਮਣੇ ਰੱਖਿਆ। ਔਰ ਅਸੀਂ ਵੀ ਇਸ ਕਰਕੇ ਇਹਦੇ 'ਤੇ ਚਰਚਾ ਕੀਤੀ ਹੈ, ਕਿਉਂਕਿ ਇਹ ਸਮੱਸਿਆ ਬਹੁਤ ਵੱਡੀ ਹੈ। ਔਰ ਚੰਡੀਗੜ੍ਹ ਦੀ ਇੱਕ ਹੋਰ ਸਮੱਸਿਆ ਜਿਹੜੀ ਅੱਜ ਕੱਲ੍ਹ ਦੇਖੀ ਜਾ ਰਹੀ ਹੈ, ਜਿਹੜੇ ਮੇਰੀ ਉਮਰ ਦੇ ਲੋਕ ਹੈਗੇ ਜਿਨ੍ਹਾਂ ਨੇ ਚੰਡੀਗੜ੍ਹ ਬਹੁਤ ਪਹਿਲਾਂ ਦਾ ਦੇਖਿਆ ਹੋਇਆ, ਇੱਕ ਤਰ੍ਹਾਂ ਨਾਲ ਛੋਟੇ ਹੁੰਦੇ ਚੰਡੀਗੜ੍ਹ ਦੇਖਿਆ ਹੋਇਆ, ਤਾਂ ਚੰਡੀਗੜ੍ਹ ਬਹੁਤ ਸਾਫ਼, ਚੰਡੀਗੜ੍ਹ ਦੀਆਂ ਸੜਕਾਂ ਨੂੰ ਜਿਵੇਂ ਕਹਿ ਲਈਏ ਵੀ ਮਲਾਈ ਵਰਗੀਆਂ ਬਣੀਆਂ ਹੁੰਦੀਆਂ ਸੀ। ਪਰ ਅੱਜ ਕੱਲ੍ਹ ਹਾਲਤ ਉਵੇਂ ਨਹੀਂ ਹੈਗੀ। ਹਰਿਆਲੀ ਦਾ ਨੁਕਸਾਨ ਹੋ ਰਿਹਾ ਹੈ,
ਹਰਿਆਲੀ ਵੱਲ ਪ੍ਰਸ਼ਾਸਨ ਧਿਆਨ ਨਹੀਂ ਦੇ ਰਿਹਾ। ਸੜਕਾਂ ਜਿਹੜੀਆਂ ਹੈਗੀਆਂ, ਮਾਰਗ ਜਿਹੜੇ ਹੈਗੇ ਆ ਲੋਕਲ, ਉਹ ਕਈ ਬਹੁਤ ਟੁੱਟੇ ਹੋਏ ਆ, ਕਈਆਂ ਦੀ ਹਾਲਤ ਬਹੁਤ ਹੀ ਠੀਕ ਨਹੀਂ ਹੈਗੀ, ਔਰ ਇਹ ਦੋਸ਼ ਵਾਜਬ ਹੈਗੇ ਆ। ਇਸੇ ਤਰ੍ਹਾਂ ਸਫਾਈ ਦਾ ਜਿਹੜਾ ਮਾਮਲਾ ਹੈਗਾ, ਜਿਵੇਂ ਅਸੀਂ ਡੰਪਿੰਗ ਗਰਾਊਂਡ ਦੀ ਗੱਲ ਕਰ ਰਹੇ, ਜਿੱਥੇ ਕਿ ਸਾਰੇ ਚੰਡੀਗੜ੍ਹ ਦਾ ਕੂੜਾ ਸੁੱਟਿਆ ਜਾਂਦਾ ਹੈ। ਇਸ ਤੋਂ ਇਲਾਵਾ ਵੀ ਕਈ ਥਾਵਾਂ 'ਤੇ ਤੁਹਾਨੂੰ ਕੂੜਾ ਨਜ਼ਰ ਆਉਂਦਾ ਹੈ, ਜਦ ਕਿ ਛੋਟੇ ਹੁੰਦੇ ਜਿਹੜੇ ਦੂਰ ਦੁਰਾਡੇ ਦੇ ਜਿਹੜੇ ਬੱਚੇ ਆ, ਉਹ ਕਿਸੇ ਜ਼ਮਾਨੇ ਪੜ੍ਹਦੇ ਹੁੰਦੇ ਸੀ ਕਿ ਚੰਡੀਗੜ੍ਹ 'ਚ ਮੱਖੀ ਨਹੀਂ ਦੇਖੀ ਜਾਂਦੀ। ਹੈਰਾਨੀਜਨਕ ਇਹ ਗੱਲ ਹੁੰਦੀ ਸੀ ਕਿ ਭਾਰਤ ਦਾ ਇੱਕ ਅਜਿਹਾ ਸ਼ਹਿਰ ਵੀ ਹੈ ਜਿਹਦੇ ਵਿੱਚ ਮੱਖੀਆਂ ਨਹੀਂ ਹੁੰਦੀਆਂ, ਔਰ ਇਹ ਮੈਂ ਆਪ ਆਪਣੇ ਸਿਲੇਬਸ ਵਿੱਚ ਗੱਲ ਪੜ੍ਹੀ ਹੋਈ ਹੈ। ਲੇਕਿਨ ਹੁਣ ਇਸ ਤਰ੍ਹਾਂ ਦੀ ਸ਼ਾਇਦ ਹੀ ਕਦੇ ਕਿਸੇ ਕਿਤਾਬ ਦੇ ਵਿੱਚ ਇਸ ਤਰ੍ਹਾਂ ਦਾ ਲੇਖ ਛਪੇ। ਚੰਡੀਗੜ੍ਹ ਦੀਆਂ ਹੋਰ ਬਹੁਤ ਖੂਬੀਆਂ ਹੈ, ਕੋਈ ਸ਼ੱਕ ਨਹੀਂ, ਹੋਰ ਬਹੁਤ ਸਾਰੇ ਸ਼ਹਿਰਾਂ ਨਾਲੋਂ ਹਾਲੇ ਵੀ ਚੰਡੀਗੜ੍ਹ ਬਹੁਤ ਅੱਗੇ ਹੈ। ਲੇਕਿਨ ਜੇ ਹਾਲਾਤ ਇਸ ਤਰ੍ਹਾਂ ਦੇ ਰਹੇ ਤਾਂ ਚੰਡੀਗੜ੍ਹ ਵੀ ਆਮ ਸ਼ਹਿਰਾਂ ਵਰਗਾ ਇੱਕ ਸ਼ਹਿਰ ਬਣ ਜਾਏਗਾ, ਜਿਵੇਂ ਦੂਸਰੇ ਭਾਰਤ ਦੇ ਬਹੁਤ ਸਾਰੇ ਸ਼ਹਿਰ ਨੇ। ਕਿਉਂਕਿ ਗਾਈਆਂ, ਅਵਾਰਾ ਪਸ਼ੂ ਆਪਾਂ ਗੱਲ ਕਰੀਏ, ਖਾਸ ਕਰਕੇ ਗਾਈਆਂ, ਬਲਦਾਂ ਦੀ ਗੱਲ ਕਰੀਏ, ਵੱਛਿਆਂ ਦੀ ਗੱਲ ਕਰੀਏ, ਤਾਂ ਉਹ ਤੁਹਾਨੂੰ ਜਿਵੇਂ ਹੋਰਨਾਂ ਸ਼ਹਿਰਾਂ ਦੇ ਵਿੱਚ ਘੁੰਮਦੇ ਨਜ਼ਰ ਆਉਂਦੇ ਹੈ, ਚੰਡੀਗੜ੍ਹ ਦੀਆਂ ਸੜਕਾਂ 'ਤੇ ਵੀ ਨਜ਼ਰ ਆਉਂਦੇ ਹੈ। ਔਰ ਹਾਦਸੇ ਚੰਡੀਗੜ੍ਹ ਦੇ ਵਿੱਚ ਵੀ ਬਹੁਤ ਸਾਰੇ ਹੁੰਦੇ ਹੈ। ਮੈਨੂੰ ਯਾਦ ਹੈ ਸਾਡਾ ਇੱਕ ਮੀਡੀਆ, ਸਾਡਾ ਪ੍ਰੈਸ ਫੋਟੋਗ੍ਰਾਫਰ ਦੋਸਤ ਸਾਡਾ ਇੱਕ ਮਾਰਿਆ ਗਿਆ ਸੀ ਅਵਾਰਾ ਗਾਈਆਂ ਦੇ ਵਿੱਚ। ਉਹਨਾਂ ਦਾ ਸਕੂਟਰ ਵੱਜਿਆ ਸੀ ਔਰ ਉਹਨਾਂ ਦੀ ਮੌਤ ਹੋ ਗਈ ਸੀ। ਇਸ ਤਰ੍ਹਾਂ ਹਾਦਸੇ ਚੰਡੀਗੜ੍ਹ 'ਚ ਵਾਪਰਦੇ ਹੈ, ਔਰ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੇ ਵਾਪਰਨੇ ਹਾਦਸੇ ਵਾਕਿਆ ਹੀ ਹੈਰਾਨੀਜਨਕ ਹਨ। ਕਿਉਂਕਿ ਚੰਡੀਗੜ੍ਹ ਦੀ ਜੇ ਖੂਬਸੂਰਤੀ ਦੀ ਗੱਲ ਕਰੀਏ ਤਾਂ ਇਸ ਤਰ੍ਹਾਂ ਦੇ ਹਾਦਸੇ ਚੰਡੀਗੜ੍ਹ ਦੀ ਖੂਬਸੂਰਤੀ ਤੋਂ ਉੱਪਰ ਇੱਕ ਕਲੰਕ ਨੇ, ਚਾਹੇ ਕੂੜਾ ਹੋਵੇ, ਚਾਹੇ ਅਵਾਰਾ ਪਸ਼ੂ ਹੋਣ, ਜਾਂ ਕੋਈ ਵੀ ਮਾਮਲਾ ਹੋਵੇ। ਇਹ ਕਾਫੀ ਗੰਭੀਰ ਮਾਮਲੇ ਹੈ, ਔਰ ਚੰਡੀਗੜ੍ਹ ਪ੍ਰਸ਼ਾਸਨ ਨੂੰ ਇਹਨਾਂ ਨਾਲ ਨਜਿੱਠਣ ਦੀ ਬਜਾਏ ਲੋਕਾਂ ਨਾਲ ਇਸ ਤਰ੍ਹਾਂ ਪੇਸ਼ ਆਉਣਾ, ਇਹ ਹਰਗਜ਼ ਗਲਤ ਆ। ਵਧਦੇ ਹਾਂ ਅਸੀਂ ਅਗਲੀ ਖਬਰ ਵੱਲ। ਅਗਲੀ ਖਬਰ ਕਰੋਨਾ ਦੀ ਹੈ। ਕਰੋਨਾ ਨੂੰ ਲੈ ਕੇ ਚੰਡੀਗੜ੍ਹ ਔਰ ਚੰਡੀਗੜ੍ਹ ਦੇ ਆਸ-ਪਾਸ, ਯਾਨੀ ਕਿ ਟਰਾਈ ਸਿਟੀ ਜਿਹੜੀ ਹੈ, ਮੋਹਾਲੀ, ਚੰਡੀਗੜ੍ਹ, ਖਰੜ, ਜ਼ੀਰਕਪੁਰ ਔਰ ਪੰਚਕੂਲਾ, ਹਾਲਤ ਜੇ ਖਬਰਾਂ 'ਚ ਦੇਖਿਆ ਜਾਵੇ ਤਾਂ ਬਹੁਤ ਗੰਭੀਰ ਹੈ। ਔਰ ਚੰਡੀਗੜ੍ਹ ਪੁਲਿਸ, ਜਿਸ ਤਰ੍ਹਾਂ ਦਾ ਰਵੱਈਆ ਚੰਡੀਗੜ੍ਹ ਪੁਲਿਸ ਦਾ ਹੈ, ਚੰਡੀਗੜ੍ਹ ਪੁਲਿਸ ਦਾ, ਮੋਹਾਲੀ ਪੁਲਿਸ ਦਾ ਔਰ ਨਾਲ ਪੰਚਕੂਲਾ ਪੁਲਿਸ ਦਾ, ਤਾਂ ਕਈ ਵਾਰ ਇਸ ਰਵੱਈਏ ਤੋਂ ਹੈਰਾਨੀ ਵੀ ਹੁੰਦੀ ਹੈ ਔਰ ਕਈ ਵਾਰ ਪਰੇਸ਼ਾਨੀ ਵੀ ਹੁੰਦੀ ਹੈ। ਮਿਸਾਲ ਦੇ ਤੌਰ 'ਤੇ ਜਦੋਂ ਵੀ ਕੋਈ ਬਿਨਾਂ ਮਾਸਕ ਦੇ ਕੋਈ ਮਿਲਦਾ ਹੈ ਤਾਂ ਚੰਡੀਗੜ੍ਹ ਪੁਲਿਸ ਛੁਪੀ ਹੋਈ ਉਹਨੂੰ ਪਹਿਲਾਂ ਵੇਖਦੀ ਹੈ, ਔਰ ਉਸ ਤੋਂ ਬਾਅਦ ਫਟਾਫਟ ਆਪਣੀ ਕਾਪੀ ਲਿਆਉਂਦੀ, ਆਪਣਾ ਉੱਥੋਂ ਛੁਪੇ ਹੋਈ ਫੋਟੋ ਕਰ ਲੈਂਦੀ ਹੈ, ਔਰ ਫੋਟੋ ਕਰਕੇ ਉਹਦੇ ਕੋਲੋਂ ਜੁਰਮਾਨਾ ਵਸੂਲਿਆ ਜਾਂਦਾ ਹੈ, ਜਾਂ ਫਿਰ ਕਿਹਾ ਜਾਂਦਾ ਹੈ ਕਿ ਗੱਡੀ 'ਚ ਬੈਠੋ, ਥਾਣੇ ਚੱਲੋ। ਔਰ ਮਾਮਲਾ ਇਹ ਹੈ ਕਿ ਤੁਸੀਂ ਛੁਪੇ ਹੋਏ ਦੇਖਦੇ ਹੋ, ਜਿਵੇਂ ਕਿ ਟ੍ਰੈਫਿਕ ਪੁਲਿਸ ਕਰਦੀ ਚੰਡੀਗੜ੍ਹ ਦੀ। ਟ੍ਰੈਫਿਕ ਪੁਲਿਸ ਨੇ ਵੀ ਅੱਜ ਕੱਲ੍ਹ ਇਹੀ ਰਵੱਈਆ ਅਪਣਾਇਆ ਹੋਇਆ ਕਿ ਚਲਾਨ ਕਰਨਾ ਹੈ, ਕੋਈ ਬੰਦਾ ਕੋਈ ਰੈੱਡ ਲਾਈਟ ਜਿਹੜੀ ਹੈਗੀ ਜੰਪ ਕਰ ਰਿਹਾ ਤਾਂ ਛੁਪੇ ਹੋਏ ਦੇਖਦੇ ਆ ਉਹ ਜਾ ਕੇ, ਇਹ ਨਹੀਂ ਕਿ ਰੈੱਡ ਲਾਈਟ ਦੇ ਉੱਤੇ ਖੜਨ ਤਾਂ ਕਿ ਲੋਕ ਡਰਨ ਔਰ ਜੰਪ ਨਾ ਕਰਨ। ਪਹਿਲਾਂ ਜੰਪ ਕਰਾਉਂਦੇ ਆ, ਫਿਰ ਚਲਾਨ ਕੱਟਦੇ ਆ। ਪੁਆਇੰਟ 'ਤੇ ਕਦੇ ਨਹੀਂ ਖੜ੍ਹੇ ਹੋਣਗੇ, ਅੱਗੇ ਪਿੱਛੇ ਖੜ੍ਹੇ ਹੋਣਗੇ। ਔਰ ਅਫਵਾਹਾਂ ਇਹ ਵੀ ਹੈ ਕਿ ਬਕਾਇਦਾ ਤੌਰ 'ਤੇ ਇਹ ਉਹਨਾਂ ਨੂੰ ਟਾਰਗੇਟ ਦਿੱਤਾ ਜਾਂਦਾ ਚੰਡੀਗੜ੍ਹ ਪੁਲਿਸ ਨੂੰ ਕਿ ਤੁਸੀਂ ਇੰਨੇ ਚਲਾਨ ਕੱਟਣੇ ਹੀ ਕੱਟਣੇ ਹੈ। ਔਰ ਇਸ ਤਰ੍ਹਾਂ ਦੀ ਅਫਵਾਹ ਹੁਣ ਕਰੋਨਾ ਨੂੰ ਲੈ ਕੇ ਵੀ ਹੈ ਕਿ ਤੁਸੀਂ ਚਲਾਨ ਇੰਨੇ ਕੱਟਣੇ ਹੀ ਕੱਟਣੇ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਨਜ਼ਾਰੇ ਸੈਕਟਰਾਂ ਦੇ ਵਿੱਚ ਵੇਖੇ ਜਾ ਸਕਦੇ, ਮਾਰਕੀਟ ਦੀ, ਖਾਸ ਕਰਕੇ ਪਾਰਕਿੰਗ ਏਰੀਆ ਦੇ ਵਿੱਚ ਜਾਂ ਕੋਰੀਡੋਰ 'ਚ ਇਹ ਨਜ਼ਾਰੇ ਆਮ ਵੇਖਣ ਨੂੰ ਮਿਲਦੇ ਹੈ ਕਿ ਕਿਸੇ ਨੇ ਮਾਸਕ ਨਹੀਂ ਪਾਇਆ ਹੋਇਆ। ਚੰਡੀਗੜ੍ਹ ਪੁਲਿਸ ਦੀ ਟੀਮ ਨਾਲ ਇੱਕ ਅੱਧਾ ਸ਼ਾਇਦ ਸਿਵਲਿਅਨ ਹੁੰਦਾ, ਜਿਹੜਾ ਸਿਵਲ ਵਰਦੀ 'ਚ ਹੁੰਦਾ, ਦੂਰ ਖੜ੍ਹਦੇ ਹੈ, ਫੋਟੋ ਕਲਿੱਕ ਕਰਦੇ ਹੈ ਔਰ ਫਟਾਫਟ ਜਾ ਕੇ ਉਹਨਾਂ ਦੇ ਕੋਲ ਆ ਕੇ ਚਲਾਨ ਵਾਲੀ ਬੁੱਕ ਹੱਥ 'ਚ ਫੜੀ ਹੁੰਦੀ ਹੈ ਔਰ ਚਲਾਨ ਕੱਟ ਦਿੰਦੇ ਹੈ ਅਤੇ ਪੈਸੇ ਦੀ ਵਸੂਲੀ ਕਰਦੇ ਹੈ। ਹੋਣਾ ਇਹ ਚਾਹੀਦਾ ਹੈ, ਲੋਕਾਂ ਨੂੰ ਸੁਚੇਤ ਕਰਨ, ਅਵੇਅਰ ਕਰਨ
पर हो ये रहा है कि सिर्फ चलान करो, अवेयर ना करो। अवेयर करने वास्ते होर बड़े बड़िया टीमां करी जांदियां। नाल ही एक होर चंडीगढ़ और इन्हां चंडीगढ़ कल्ली पुलिस नहीं, मोहाली दी पुलिस भी कर रही है। रात नूं तुसीं जेकर मोहाली ਵੱਲ जाओगे तो तुहाडी कार दे विच बकायदा टॉर्च मार मार के देखा जाएगा तुसीं मास्क लाया नहीं लाया। जे इकल्ला कोई कार चला रहा है और शीशे बंद है तो उन्होंने भी घेर लेंदे जे मास्क नहीं लाया होया। दूजे पासे जे असी करोना के कहर की गल करिए तो कहर हाले दूजी लहर का बहुत ज़बरदस्त बनया है। 5 नवे कंटोनमेंट एरिया चंडीगढ़ दे विच घोषित कर दिते गए हैं और ये भी कहा गया कि जे एक इहदे नाल होर भी अजकल चंडीगढ़ पुलिस ने एक होर काम भी किया होया। हालांकि वो काम जिहड़ा है ਉਹਦੇ ਤੇ ਕਿਸੇ ਨੂੰ ਇਤਰਾਜ਼ नहीं होना चाहिए। वो ये है कि नाके ला के चंडीगढ़ पुलिस नाल डॉक्टर्स की टीम हैगी है और जिन्हें मास्क नहीं लाया ਉਹਨੂੰ रोक के ਉਹਦਾ टैसट लिया जाता है भी करोना है या नहीं है। जे करोना है तो बकायदा तौर पर एक सेहत कर्मचारियों की टीम जाती है उन्होंने घर और उन्होंने उत्थे जिहड़ा है एकांतवास कर दिता जाता है। और जे ज़्यादा किसी घर गली दे विचों कोई लोग मिलते हैं तो वो सारा जिहड़ा एरिया है, जिहड़ा हल्का है, इलाका है, जिहड़ा खेत्र है, उन्होंने सारे नूं कंटोनमेंट के जोन च ले लिया जाता है। जिवें कि अज 5 होर कंटोनमेंट जोन जिहड़े आ चंडीगढ़ च वो बनाए गए हैं। तो एक नाल ये भी कहना ज़रूरी है कि करोना तो बचन की लोड़ भी है। करोना बहुत अजीब सुभाਅ जिहड़ा हैगा उन्हें अख्तियार किया होया। इस तरह सुनन देखण विच आ रहा है, देखण विच भी आ रहा है, असीं आप देख रहे हैं। कुछ साडे दोस्त जिन्हां नूं करोना होया है पर उन्होंने सिम्पटम कोई नहीं है। सिम्पटम ना होने करके वो आम लोगों के विच विचर रहे सी, पर जदों चैक करते हैं पता लगता है कि करोना है। ये नवी किस्म की जिहड़ी है बीमारी का नवा सुभाਅ है और हुंदा कुछ नहीं, ठीक ठाक नहीं। मेरे एक बहुत खास दोस्त है जिन्हों ने महाराष्ट्र जाना सी, सफ़र पर जाना सी, हवाई सफ़र पर, और हवाई सफ़र के लिए उन्होंने जरूरी सी कि पहला करोना टैसट कराउण। ठीक ठाक सीगे, जे उन्होंने सफ़र पर ना जाना हुंदा तो शायद चैक भी ना कराउंदे। उन्होंने 4-5 दिन पहला टैसट करवाया, रिपोर्ट पॉजिटिव, पर वो कहते यार मैंने तो कुछ है नहीं। और 5 दिन तो वो ठीक ने, हाले भी वो कहते मैनू कुछ नहीं है। पर जे उन्होंने करोना पॉजिटिव आया है तो उन्होंने एकांतवास रहना ही पैना सी। इस वेले एकांतवास ने। पर अच्छी गल यह है कि जिहड़े उन्होंने नाल दूसरे होर संपर्क में आए उन्होंने परिवार के मैंबर है वो ठीक ने, उन्होंने कोई समस्या नहीं। नैगेटिव रिपोर्ट भी नैगेटिव है। वधदे अगली खबर वाल। अगली खबर है प्राइवेट स्कूलों की धक्केशाही की। चंडीगढ़ ते मोहाली के मापिया ने सड़कों पर आके चंडीगढ़ के स्कूलों के खिलाफ मुजाहरे किए, थालियां खड़काइयां। दोष यह आ कि जिहड़े बच्चे फीस नहीं दे सकते सी या जिन्हों ने फीस नहीं दी उन्होंने स्कूल तो बाहर कर दिता गया। इत्थे याद कराना बड़ा जरूरी बनता है कि यानी उन्हें ना कट दिते गए स्कूल तक, क्योंकि बंद है गया, ना कट दिते गए। इत्थे ये गल दसनी जरूरी बनती है कि पिछले समय के दौरान जो लॉकडाउन होया सी, लोगों के कारोबार ठप हो गए और उन्होंने समय दौरान जिहड़े मापे सी वो मंग करते आ रहे सी कि स्कूलों के फीसां मुआफ़ कीतियां जाण निजी स्कूलों वालों। परंतु निजी स्कूल का प्रशासन जिहड़ा है वो नहीं मान रहा सी और जिहड़े बच्चों ने फीसां नहीं दित्तियां
ਉਹਨਾਂ ਦੇ ਨਾਂ ਕੱਟ ਦਿੱਤੇ ਗਏ ਔਰ ਇਹਨੂੰ ਲੈ ਕੇ ਮਾਪਿਆਂ ਨੇ ਬਕਾਇਦਾ ਥਾਲੀਆਂ ਖੜਕਾਈਆਂ ਔਰ ਜਿਹੜੇ ਪ੍ਰਸ਼ਾਸਨ ਹੈ, ਇੱਧਰ ਪੰਜਾਬ ਸਰਕਾਰ ਹੈ, ਦੂਜੇ ਪਾਸੇ ਚੰਡੀਗੜ੍ਹ ਪ੍ਰਸ਼ਾਸਨ ਹੈ, ਉਹਦੇ ਖਿਲਾਫ ਜ਼ਬਰਦਸਤ ਰੋਸ ਰੈਲੀ ਕੀਤੀ ਔਰ 31 ਮਾਰਚ ਤੱਕ ਦਾ ਅਲਟੀਮੇਟਮ ਵੀ ਦਿੱਤਾ ਹੈ ਕਿ ਜੇਕਰ ਸਾਡੇ ਬੱਚਿਆਂ ਦੇ ਨਾਂ ਜਿਹੜੇ ਹੈਗੇ ਆ ਉਹ ਬਹਾਲ ਨਾ ਕੀਤੇ ਗਏ ਤਾਂ ਅਸੀਂ ਇਹ ਅਣਮਿੱਥੇ ਸਮੇਂ ਲਈ ਅੰਦੋਲਨ ਕਰਾਂਗੇ। ਸੋ ਇਹ ਕੁਝ ਖਬਰਾਂ ਸਨ। ਸਮਾਂ ਸਮਾਪਤ ਹੋ ਗਿਆ। ਕੱਲ੍ਹ ਅਸੀਂ ਫਿਰ ਕੁਝ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਆਵਾਂਗੇ ਔਰ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਤੁਹਾਡੇ ਟਰਾਈ ਸਿਟੀ ਦੇ ਵਿੱਚ ਕੀ ਕੁਝ ਵਾਪਰਿਆ। ਹੁਣ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ। ਨਮਸਕਾਰ। अखबार हाजिर है।